ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆ, ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਸਿੱਖ ਪੰਥ ਦੀ ਇੱਕ ਮਰਿਆਦਾ ਤੇ ਉਸ ਮਰਿਆਦਾ ਦੇ ਅਕੋਰਡਿੰਗਲੀ ਇਹ ਗੱਲ ਕੀਤੀ ਜਾਣੀ ਚਾਹੀਦੀ ਭਾਈ ਰਣਜੀਤ ਸਿੰਘ ਤੇ ਜਿਹੜੀ ਟਿੱਪਣੀ ਕੀਤੀ ਆ ਉਹ ਚੰਗੀ ਗੱਲ ਨਹੀਂ ਆ, ਸਾਡੇ ਤੇ ਹਮਲੇ ਹੋਏ ਆ। ਅੱਛਾ, ਕੁਝ ਮੈਸੇजेस ਉਹਨਾਂ ਨੂੰ ਜਿਹੜੇ ਸਪੋਰਟ ਕਰਦੇ ਆ ਆਪਣੇ ਬੰਦੇ ਆ, ਝੋਟੇ ਕੁੱਟ ਭਾਸ਼ਾ, ਮੈਂ ਉਹਨਾਂ ਨੂੰ ਉਸ ਗੱਲ ਨੂੰ ਕਹਿਣਾ ਹੁੰਦਾ ਤੇ ਮੈਂ ਵੀ ਝੋਟੇ ਕੁੱਟ ਬੰਦਾ ਹੀ ਆ। ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਸਾਡੀ ਇਸ ਵਿਚਾਰਧਾਰਾ ਨੂੰ ਇੱਥੇ ਇਸ ਦੁਨੀਆ 'ਚ ਪ੍ਰਚਾਰਨਾ ਸ਼ੁਰੂ ਕੀਤਾ ਤਾਂ ਉਦੋਂ ਤੋਂ ਹੀ ਹਮਲੇ ਹੁੰਦੇ ਆਏ ਆ। ਭਾਈ ਦਾਤੂ ਨੇ ਸ਼੍ਰੀ ਗੁਰੂ ਅਮਰਦਾਸ ਜੀ ਤੇ ਸਰੀਰਕ ਹਮਲਾ ਕੀਤਾ, ਫਿਰ ਉਸ ਤੋਂ ਬਾਅਦ ਧੀਰ ਮੱਲੀਆਂ ਨੇ 9ਵੇਂ ਪਾਤਸ਼ਾਹ ਤੇ ਗੋਲੀ ਤੱਕ ਚਲਾ ਦਿੱਤੀ। ਇਸੇ ਤਰ੍ਹਾਂ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਪੰਥ ਦੇ ਅੰਦਰੋਂ ਬਹੁਤ ਹਮਲੇ ਹੋਏ, ਪਰ ਉਹਨਾਂ ਨੇ ਕਦੇ ਵੀ ਕਿਸੇ ਤੇ ਕੋਈ ਜਿਸਮਾਨੀ ਜਾਂ ਸ਼ਾਬਦਿਕ ਹਮਲਾ ਪੰਥ ਦੇ ਅੰਦਰ ਨਹੀਂ ਕੀਤਾ। ਸਾਡੀ ਆਈਡੈਂਟੀਟੀ, ਡਿਸਟਿੰਕਟ ਆਈਡੈਂਟੀਟੀ ਦਾ ਮਸਲਾ, ਸਾਡੇ ਕੋਲੇ ਸਾਡੀ ਆਜ਼ਾਦੀ ਦਾ ਮਸਲਾ, ਸਿੱਖ ਦਾ ਹਿੰਦੂ ਧਰਮ ਦਾ ਹੀ ਇੱਕ ਹਿੱਸਾ, ਸਾਡੇ ਤੇ ਬਹੁਤ ਤਰ੍ਹਾਂ ਦੇ ਹਮਲੇ ਹੋ ਰਹੇ ਆ। ਜੇ ਅਸੀਂ ਆਪਸ 'ਚ ਹੀ ਲੜਨ ਲੱਗ ਜਾਈਏ, ਉਹ ਤਾਂ ਚਾਹੁੰਦੇ ਆ ਵੀ ਆਪਸ 'ਚ ਲੜੀਏ, ਆਪਸ 'ਚ ਗੰਡਾਸੇ ਚੱਕ ਕੇ ਫਿਰਦੇ ਰਹਿਣ। ਪਰ ਇੱਕ ਗੱਲ ਤਾਂ ਸਾਨੂੰ ਸਾਰੇ ਪੰਥ ਨੂੰ ਮਨਜ਼ੂਰ ਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਸੁਪਰੀਮ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਧਾਨਗੀ ਅਸੀਂ ਸਤਿਕਾਰ ਕਰਦੇ ਆ, ਗੰਡਾਸੇ ਕੱਢ ਲੈਂਦੇ ਆ, ਪਹਿਲਾਂ ਗੱਲ ਬਾਅਦ 'ਚ ਕਰਦੇ ਆ, ਉਹ ਬਹੁਤ ਵੱਡੀ ਪ੍ਰੋਬਲਮ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਮੇਰਾ ਅੱਜ ਗੱਲਬਾਤ ਕਰਨ ਦਾ ਜਿਹੜਾ ਕਾਰਨ ਇਹ ਬਣਿਆ ਵੀ ਮੈਂ ਪਿਛਲੇ ਦਿਨੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਨੂੰ ਕੋਈ ਗੱਲ ਕਹੀ, ਉਹਨਾਂ ਤੇ ਟਿੱਪਣੀ ਕੀਤੀ। ਹਾਲਾਂਕਿ ਬਹੁਤ ਸਤਿਕਾਰਯੋਗ ਆ ਉਹ ਟਿੱਪਣੀ, ਬੜੇ ਪਿਆਰ ਨਾਲ ਤੇ ਸਤਿਕਾਰ ਨਾਲ ਕੀਤੀ ਗਈ ਸੀ ਵੀ ਜਿਹੜੇ ਪੰਥਕ ਮਸਲੇ ਆ ਉਹਨਾਂ ਨੂੰ ਪੰਥ ਦੇ ਵਿੱਚ ਬੈਠ ਕੇ ਨਜਿੱਠਿਆ ਜਾਵੇ, ਉਹਨਾਂ ਮਸਲਿਆਂ ਨੂੰ ਪੰਥ ਹੈਂਡਲ ਕਰੇ, ਨਾ ਕਿ ਪਬਲਿਕ ਪਲੇਟਫਾਰਮ ਤੇ ਆਪਾਂ ਉਹਨਾਂ ਨੂੰ ਡਿਸਕਸ ਕਰਕੇ। ਮੈਂ ਬੜਾ ਹੈਰਾਨ ਹੋਇਆ ਤੇ ਤੁਸੀਂ ਵੀ ਹੈਰਾਨ ਹੋਵੋਗੇ ਵੀ ਇਸ ਟਿੱਪਣੀ ਤੋਂ ਬਾਅਦ ਮੇਰੇ ਕੋਲੇ ਬੜੇ ਮੈਸੇजेस ਆਏ। ਉਹਨਾਂ ਮੈਸੇजेस ਨੇ ਮੈਨੂੰ ਬੜਾ ਹੈਰਾਨ ਕੀਤਾ। ਉਹ ਕਿਵੇਂ ਕੀਤਾ? ਕੁਛ ਤਾਂ ਸੁਨੇਹੇ ਇਹ ਆਏ ਵੀ ਬਹੁਤ ਵਧੀਆ ਤੁਸੀਂ ਗੱਲ ਕਹੀ ਆ ਜੀ, ਪੰਥ ਨੂੰ ਸਮਝਣ ਵਾਲੇ ਬੰਦੇ ਜਿਹੜੇ ਹੁੰਦੇ ਆ, ਜਿਵੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆ, ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਸਿੱਖ ਪੰਥ ਦੀ ਇੱਕ ਮਰਿਆਦਾ ਤੇ ਉਸ ਮਰਿਆਦਾ ਦੇ ਅਕੋਰਡਿੰਗਲੀ ਇਹ ਗੱਲ ਕੀਤੀ ਜਾਣੀ ਚਾਹੀਦੀ ਆ। ਇੱਕ ਤਾਂ ਇਹ ਸੁਨੇਹੇ ਆਏ। ਅਗਲੇ ਜਿਹੜੇ ਦੂਜੇ ਪਾਸੇ ਦੇ ਸੁਨੇਹੇ ਸੀ ਉਹ ਇਹ ਆਏ ਵੀ ਤੁਸੀਂ ਸਾਡਾ ਦਿਲ ਤੋੜਿਆ ਜੀ, ਤੁਸੀਂ ਭਾਈ ਸਾਹਿਬ ਨੂੰ ਜਾਣਦੇ ਨਹੀਂ ਹੋ, ਤੁਸੀਂ ਭਾਈ ਰਣਜੀਤ ਸਿੰਘ ਤੇ ਜਿਹੜੀ ਟਿੱਪਣੀ ਕੀਤੀ ਆ ਉਹ ਚੰਗੀ ਗੱਲ ਨਹੀਂ ਆ, ਸਾਡੇ ਤੇ ਹਮਲੇ ਹੋਏ ਆ। ਹੁਣ ਅੱਛਾ, ਕੁਝ ਮੈਸੇजेस ਉਹਨਾਂ ਨੂੰ ਜਿਹੜੇ ਸਪੋਰਟ ਕਰਦੇ ਆ ਆਪਣੇ ਬੰਦੇ ਆ, ਉਹਨਾਂ ਨੇ ਕੋਈ ਭਾਸ਼ਾ ਵੀ ਕੋਈ ਇਹੋ ਜਿਹੀ ਯੂਜ਼ ਕੀਤੀ ਜਿਹਦੇ ਤੇ ਮੈਂ ਵੀ ਰਿਐਕਟ ਕਰ ਸਕਦਾ ਸੀ, ਕਿਉਂਕਿ ਉਹ ਝੋਟੇ ਕੁੱਟ ਭਾਸ਼ਾ, ਮੈਂ ਉਹਨਾਂ ਨੂੰ ਉਸ ਗੱਲ ਨੂੰ ਕਹਿਣਾ ਹੁੰਦਾ ਤੇ ਮੈਂ ਵੀ ਝੋਟੇ ਕੁੱਟ ਬੰਦਾ ਹੀ ਆ। ਪਰ ਜਦੋਂ ਅਸੀਂ ਇੰਨੀ ਪੰਥ ਦੀ ਕੋਈ ਗੱਲ ਕਰ ਰਹੇ ਹੋਈਏ ਜਾਂ ਕੋਈ ਅਧਿਆਤਮਿਕਤਾ ਦੀ ਗੱਲ ਕਰ ਰਹੇ ਹੋਈਏ, ਉੱਥੇ ਮੈਨੂੰ ਵੀ ਇਹ ਲੱਗਦਾ ਜਾਂ ਅਸੀਂ ਇਹ ਗੱਲ ਸਿੱਖੀ ਆ ਵੀ ਬੜੀ ਸੂਖਮਤਾ ਨਾਲ ਉੱਥੇ ਸਾਨੂੰ ਉਹਦੇ ਨਾਲ ਡੀਲ ਕਰਨਾ ਚਾਹੀਦਾ। ਇੱਕ ਬਹੁਤ ਹੀ ਸੈਂਸਿਟਿਵ, ਜਿਹਨੂੰ ਸੂਖਮਤਾ ਕਹਿੰਦੇ ਆ, ਉਸ ਤਰੀਕੇ ਨਾਲ ਇਸ ਗੱਲ ਨੂੰ ਨਜਿੱਠਣਾ ਚਾਹੀਦਾ। ਸੋ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਵੀ ਮੈਂ ਮੰਨਦਾ ਤੁਹਾਡੇ ਤੇ ਹਮਲਾ ਹੋਇਆ, ਹਮਲਾ ਨਿੰਦਣਯੋਗ ਸੀ। ਇਹ ਗੱਲ ਜਿਹੜੀ ਪੰਥ ਦੀ ਗੱਲ ਹੁੰਦੀ ਆ, ਇਹ ਗੱਲ ਅਧਿਆਤਮਿਕ ਸੂਖਮਤਾ ਨਾਲ ਮੇਰੇ ਖਿਆਲ 'ਚ ਹੈਂਡਲ ਕਰਨੀ ਚਾਹੀਦੀ ਆ ਤੇ ਇਹਦੇ ਤੇ ਸੰਵਾਦ ਹੋਣਾ ਚਾਹੀਦਾ, ਔਰ ਸੰਵਾਦ ਲਈ ਇੱਕ ਮਾਹੌਲ ਬਣਨਾ ਚਾਹੀਦਾ ਜਿਹਦੇ 'ਚ ਭਾਸ਼ਾ ਬੜੀ ਇੰਪੋਰਟੈਂਟ ਆ, ਜਿਹਦੇ 'ਚ ਲੈਂਗੁਏਜ ਆਪਣੀ ਬੜੀ ਇੰਪੋਰਟੈਂਟ ਆ। ਉਹ ਦੋਨਾਂ ਤਰ੍ਹਾਂ ਦੀ, ਚਾਹੇ ਉਹ ਤੁਸੀਂ ਹੋ
ਚਾਹੇ ਦਮਦਮੀ ਟਕਸਾਲ ਹੋਵੇ, ਇਹ ਦੋਨਾਂ ਧਿਰਾਂ ਦੀ ਭਾਸ਼ਾ ਬੜੀ ਮੈਟਰ ਕਰਦੀ ਆ। ਸੋ ਸੰਵਾਦ ਵੀ ਜਿਹੜਾ ਹੋਣਾ ਚਾਹੀਦਾ ਉਹ ਬੜੇ ਸਹਿਜ ਤਰੀਕੇ ਨਾਲ ਇੱਕ ਦੂਜੇ ਦੀ ਇੱਜ਼ਤ ਨੂੰ ਧਿਆਨ 'ਚ ਰੱਖ ਕੇ ਤੇ ਇੱਕ ਮਰਿਆਦਾ ਨੂੰ, ਜਿਹੜੀ ਸਿੱਖ ਧਰਮ ਦੀ ਮਰਿਆਦਾ, ਉਹਨੂੰ ਸਮਝ ਕੇ ਉਸ ਸੰਵਾਦ ਨੂੰ ਮੇਰੇ ਖਿਆਲ 'ਚ ਹੈਂਡਲ ਕਰਨਾ ਚਾਹੀਦਾ। ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਜਿਹੜੇ ਇਹ ਸਾਡੇ ਕੋਲੇ ਐਗਜ਼ਾਮਪਲਸ ਆ ਜਾਂ ਜਿਹੜੀਆਂ ਉਦਾਹਰਨਾਂ, ਉਹ ਸਿੱਖ ਗੁਰੂ ਸਾਹਿਬਾਨਾਂ ਤੋਂ ਸ਼ੁਰੂ ਹੋ ਜਾਂਦੀਆਂ। ਤੁਸੀਂ ਹਮਲਿਆਂ ਦੀ ਗੱਲ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸਾਡੇ ਇਤਿਹਾਸ 'ਚੋਂ ਦੇਣੀ ਚਾਹੂੰਗਾ ਵੀ ਹਮਲੇ ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਸਾਡੀ ਇਸ ਵਿਚਾਰਧਾਰਾ ਨੂੰ ਇੱਥੇ ਇਸ ਦੁਨੀਆ 'ਚ ਪ੍ਰਚਾਰਨਾ ਸ਼ੁਰੂ ਕੀਤਾ, ਤਾਂ ਉਦੋਂ ਤੋਂ ਹੀ ਹਮਲੇ ਹੁੰਦੇ ਆਏ ਆ। ਉਹ ਹਮਲੇ ਸ਼ਾਬਦਿਕ ਹਮਲੇ ਵੀ ਰਹੇ ਆ, ਸ਼ਬਦਾਂ ਲਈ ਬਹੁਤ ਹਮਲੇ ਰਹੇ, ਉਹ ਸਰੀਰਕ ਹਮਲੇ ਵੀ ਰਹੇ ਆ। ਤੁਸੀਂ ਇਹ ਦੇਖੋ, ਭਾਈ ਦਾਤੂ ਨੇ ਸ਼੍ਰੀ ਗੁਰੂ ਅਮਰਦਾਸ ਜੀ ਤੇ ਸਰੀਰਕ ਹਮਲਾ ਕੀਤਾ। ਅੱਛਾ, ਫਿਰ ਉਸ ਤੋਂ ਬਾਅਦ ਧੀਰ ਮੱਲੀਆਂ ਨੇ 9ਵੇਂ ਪਾਤਸ਼ਾਹ ਤੇ ਗੋਲੀ ਤੱਕ ਚਲਾਤੀ, ਪਰ ਨਾ ਸ਼੍ਰੀ ਗੁਰੂ ਅਮਰਦਾਸ ਜੀ, ਨਾ ਸ਼੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਨੇ ਕੁਛ ਨਹੀਂ ਕਿਹਾ, ਕਿਉਂਕਿ ਗੱਲ ਪੰਥ ਦੀ ਸੀ। ਉਹ ਚੁੱਪ ਕਰ ਗਏ। ਉਹਨਾਂ ਦਾ ਰਿਐਕਸ਼ਨ, ਤੁਸੀਂ ਜੇ ਇਤਿਹਾਸ ਨੂੰ ਪੜ੍ਹੋਗੇ ਤਾਂ ਤੁਸੀਂ ਜਾਣੋਗੇ ਵੀ ਜਦੋਂ ਅਧਿਆਤਮਿਕ ਗੱਲ ਆਉਂਦੀ ਆ ਤੇ ਉੱਥੇ ਜਿਹੜਾ ਅਧਿਆਤਮਿਕ ਬੰਦਾ ਹੁੰਦਾ ਜਾਂ ਜਿਹੜਾ ਸਾਡਾ ਲੀਡਰ ਹੁੰਦਾ ਜਾਂ ਹੁਣ ਤੁਸੀਂ ਪ੍ਰਚਾਰਕ ਹੋ ਸਾਡੇ, ਤਾਂ ਉਹ ਉਸ ਅਧਿਆਤਮਿਕ ਸੂਖਮਤਾ ਨੂੰ ਬਹੁਤ ਧਿਆਨ 'ਚ ਰੱਖ ਕੇ ਆਪਦਾ ਰਿਐਕਟ ਕਰਦੇ ਆ। ਉਹ ਇਸੇ ਤਰ੍ਹਾਂ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਪੰਥ ਦੇ ਅੰਦਰੋਂ ਬਹੁਤ ਹਮਲੇ ਹੋਏ, ਬਹੁਤ ਲੋਕਾਂ ਨੇ ਉਹਨਾਂ ਨੂੰ ਬੁਰਾ ਭਲਾ ਕਿਹਾ, ਬਹੁਤ ਅਖਬਾਰਾਂ 'ਚ ਟਿੱਪਣੀਆਂ ਦਿੱਤੀਆਂ, ਬਹੁਤ ਬੁਰਾ ਭਲਾ ਕਿਹਾ, ਪਰ ਉਹਨਾਂ ਨੇ ਕਦੇ ਵੀ ਕਿਸੇ ਤੇ ਕੋਈ ਜਿਸਮਾਨੀ ਜਾਂ ਸ਼ਾਬਦਿਕ ਹਮਲਾ ਪੰਥ ਦੇ ਅੰਦਰ ਨਹੀਂ ਕੀਤਾ, ਕਿਉਂਕਿ ਪੰਥ ਦੀ ਇੱਕ ਮਰਿਆਦਾ, ਉਹ ਮਰਿਆਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ, ਉਸ ਫਾਊਂਡੇਸ਼ਨ ਨੇ ਤੈਅ ਕਰਤੀ ਵੀ ਅਕਾਲ ਤਖਤ ਸਾਹਿਬ ਸਾਡਾ ਸੁਪਰੀਮ ਪਾਵਰ ਆ। 10ਵੇਂ ਪਾਤਸ਼ਾਹ ਨੇ 5 ਸਿੰਘਾਂ ਨੂੰ ਆਪਦੇ ਤੋਂ ਵੱਡੀ ਪਾਵਰ ਦੇਤੀ ਵੀ 5 ਸਿੰਘ ਸਹਿਬਾਨ ਗੁਰੂ ਨੂੰ ਵੀ ਓਵਰ ਰੂਲ ਕਰ ਸਕਦੇ ਆ। ਇਹ ਸਾਡੇ ਕੋਲ ਇਤਿਹਾਸ ਪਿਆ, ਅਸੀਂ ਮਿਥਿਹਾਸ ਦੀ ਗੱਲ ਨਹੀਂ ਕਰ ਰਹੇ, ਅਸੀਂ ਤਾਂ ਇਸ ਧਰਤੀ ਦੇ ਹਿੱਕ ਤੇ ਜਿਹੜਾ ਇਤਿਹਾਸ ਲਿਖਿਆ ਉਹਦੀ ਗੱਲ ਕਰ ਰਹੇ ਹਾਂ। ਸੋ ਇਸੇ ਲਈ ਜਦੋਂ ਕੋਈ ਸਿੱਖ ਧਰਮ ਪ੍ਰਚਾਰਕ ਆ, ਤੁਸੀਂ ਅਧਿਆਤਮਿਕਤਾ ਦੀ ਗੱਲ ਕਰਦੇ ਹੋ, ਤਾਂ ਅਧਿਆਤਮਿਕਤਾ ਵਾਲਿਆਂ ਦੇ ਜੇਰੇ ਬੜੇ ਵੱਡੇ ਹੁੰਦੇ ਆ, ਆਪਦਿਆਂ ਦੀ ਸੱਟ ਜਰਨ ਦੇ ਜਿਹੜੇ ਜੇਰੇ ਹੁੰਦੇ ਆ ਨਾ, ਉਹ ਬਹੁਤ ਵੱਡੇ ਹੁੰਦੇ ਆ। ਸੋ ਉੱਥੇ ਇਹ ਗੱਲ ਨਹੀਂ ਰੱਖੀ ਜਾਂਦੀ ਵੀ ਮੈਂ ਵੱਡਾ ਕਿ ਤੂੰ ਵੱਡਾ, ਇਹ ਗੱਲ ਵੀ ਨਹੀਂ ਰੱਖੀ ਜਾਂਦੀ ਵੀ ਆਪਾਂ ਅਪੱਧਰ ਜਿਹੜੀ ਭਾਸ਼ਾ ਉਹ ਪ੍ਰਯੋਗ ਕਰਨੀ ਸ਼ੁਰੂ ਕਰ ਦਈਏ। ਮੇਰੇ ਖਿਆਲ 'ਚ ਜਿਹੜੇ ਸਪੈਸ਼ਲੀ ਸਾਡੇ ਸਿੱਖ ਧਰਮ ਪ੍ਰਚਾਰਕ ਆ, ਉਹਨਾਂ ਨੂੰ ਅਧਿਆਤਮਿਕਤਾ ਤੇ ਸੂਖਮਤਾ ਦਾ ਬੜਾ ਧਿਆਨ ਰੱਖਣਾ ਚਾਹੀਦਾ। ਉਹਨਾਂ ਦੀ ਭਾਸ਼ਾ ਬੜੀ ਸਰਲ ਹੋਣੀ ਚਾਹੀਦੀ ਆ, ਉਹਨਾਂ ਨੂੰ ਸਲੀਕਾ ਤੇ ਤਰੀਕਾ ਦੋਵੇਂ ਆਉਣੇ ਚਾਹੀਦੇ ਆ। ਇਸੇ ਕਰਕੇ ਮੈਂ ਤੁਹਾਨੂੰ ਆਪਦੀ ਇੱਕ ਅਰਦਾਸ, ਆਪਦੀ ਇੱਕ ਅਰਜ਼ ਕੀਤੀ ਸੀ ਵੀ ਸਾਡੀ ਸਿੱਖ ਧਰਮ ਦੀ ਇੱਕ ਮਰਿਆਦਾ, ਉਹ ਮਰਿਆਦਾ ਇਹ ਕਹਿੰਦੀ ਆ ਵੀ ਜਿਹੜੇ ਪੰਥ ਦੇ ਮਾਮਲੇ ਆ, ਉਹ ਪੰਥ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ 'ਚ ਜਾਂ ਉੱਥੇ ਜਥੇਦਾਰ ਸਾਹਿਬ ਦੀ ਹਜ਼ੂਰੀ 'ਚ ਹੈਂਡਲ ਕਰਦਾ, ਔਰ ਉਦੋਂ ਬਾਅਦ ਉੱਥੇ ਜਿਹੜਾ ਸਿੱਖ ਕੈਡਰ ਹੁੰਦਾ, ਵਿਦਵਾਨ ਹੁੰਦੇ ਆ, ਕਿਉਂਕਿ ਸਿੱਖਾਂ ਦੀਆਂ ਆਪਦੀਆਂ ਰਵਾਇਤਾਂ, ਸਿੱਖਾਂ ਦੀਆਂ ਆਪਦੀਆਂ ਪਰੰਪਰਾਵਾਂ, ਸਿੱਖਾਂ ਦੀ ਆਪਦੀ ਇੱਕ ਮਰਿਆਦਾ ਤੈਅ ਕੀਤੀ ਹੋਈ ਆ। ਸਿੱਖਾਂ ਕੋਲੇ ਮਸਲੇ ਬਹੁਤ ਰਹੇ ਆ, ਅਸੀਂ ਆਪਸ 'ਚ ਨਹੀਂ ਨਿਖੜ ਸਕਦੇ। ਮਸਲੇ ਸਾਡੇ ਕੋਲੇ ਸਾਡੀ ਆਈਡੈਂਟਿਟੀ, ਡਿਸਟਿੰਕਟ ਆਈਡੈਂਟਿਟੀ ਦਾ ਮਸਲਾ, ਸਾਡੇ ਕੋਲੇ ਸਾਡੀ ਆਜ਼ਾਦੀ ਦਾ ਮਸਲਾ, ਸਾਡੇ ਕੋਲੇ ਜਿਹੜੀ ਹਿੰਦੂਵਾਦ ਇਹ ਕਹਿ ਰਿਹਾ ਵੀ ਸਿੱਖ ਤਾਂ ਹਿੰਦੂ ਧਰਮ ਦਾ ਹੀ ਇੱਕ ਹਿੱਸਾ, ਉਹ ਵਿਚਾਰਧਾਰਾ ਨਾਲ ਨਜਿੱਠਣ ਦਾ ਬਹੁਤ ਵੱਡਾ ਮਸਲਾ, ਕਿਉਂਕਿ ਸਾਡਾ ਇਤਿਹਾਸ ਚੇਂਜ ਕੀਤਾ ਜਾ ਰਿਹਾ, ਸਾਡਾ ਲਿਟਰੇਚਰ ਚੇਂਜ ਕੀਤਾ ਜਾ ਰਿਹਾ, ਸਾਡੇ ਤੇ ਬਹੁਤ ਤਰ੍ਹਾਂ ਦੇ ਹਮਲੇ ਹੋ ਰਹੇ ਆ। ਸੋ ਉਹਨਾਂ ਸਾਰੇ ਹਮਲਿਆਂ ਨੂੰ ਦੇਖਦੇ ਹੋਏ ਜੇ ਅਸੀਂ ਆਪਸ 'ਚ ਹੀ ਲੜਨ ਲੱਗ ਜੇ, ਉਹ ਤਾਂ ਚਾਹੁੰਦੇ ਆ ਵੀ ਆਪਸ 'ਚ ਲੜੀਏ, ਉਹ ਤਾਂ ਚਾਹੁੰਦੇ ਆ ਵੀ ਇਹ ਆਪਸ 'ਚ ਗੰਡਾਸੇ ਚੱਕ ਕੇ ਫਿਰਦੇ ਰਹਿਣ, ਤਾਂ ਫਿਰ ਮੈਨੂੰ ਐਂ ਲੱਗਦਾ ਵੀ ਸਾਡਾ ਸੰਘਰਸ਼ ਤਾਂ ਚੱਲਦਾ ਰਹੂਗਾ, ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਣਾ, ਅਸੀਂ ਕਿਸੇ ਗੱਲ ਤੇ ਨਹੀਂ ਪਹੁੰਚਣਾ, ਫਾਰਵਰਡ ਨਹੀਂ ਜਾਣਾ। ਸੋ ਇਸ ਕਰਕੇ ਆਪਸ 'ਚ ਲੜਨਾ ਬੜੀ ਚੰਗੀ ਗੱਲ ਨਹੀਂ। ਸਾਨੂੰ ਕਿਸੇ ਗੱਲ ਤੇ ਪਹੁੰਚਣ ਲਈ
ਸਾਡੇ ਮਸਲਿਆਂ ਨੂੰ ਪ੍ਰਾਇੋਰਟਾਈਜ਼ ਕਰਨਾ ਪਊਗਾ ਵੀ ਕਿਹੜੀ ਗੱਲ ਨੂੰ ਫੜ ਕੇ ਪਹਿਲਾਂ ਚੱਲੀਏ। ਬਾਕੀ ਮਸਲੇ ਛੱਡੇ ਜਾਂਦੇ ਹੁੰਦੇ ਆ। ਹੁਣ ਮੈਂ ਬਾਹਲਾ ਇਹਦਾ ਜਾਚਕ ਨਹੀਂ ਆ ਜਾਂ ਇਹਦਾ ਮੈਨੂੰ ਬਾਹਲਾ ਨਹੀਂ ਪਤਾ, ਪਰ ਮੈਂ ਇੱਕ ਗੱਲ ਥੋੜੀ ਜੀ ਤੁਹਾਡੇ ਨਾਲ ਇਹ ਕਰਨੀ ਚਾਹਣਾ ਵੀ ਦਸਮ ਗ੍ਰੰਥ ਆ ਜਾਂ ਸੂਰਜ ਪ੍ਰਕਾਸ਼ ਗ੍ਰੰਥ ਆ, ਇਹ ਮਸਲੇ ਸਾਲਾਂ ਤੋਂ ਸਦੀਆਂ ਤੋਂ ਚੱਲਦੇ ਆ ਰਹੇ ਆ ਤੇ ਗਾਂ ਵੀ ਮੈਨੂੰ ਲੱਗਦਾ ਇਹ ਚੱਲਦੇ ਰਹਿਣਗੇ, ਕਿਉਂਕਿ ਇਹ ਵਿਦਵਾਨ ਸਿੱਖ ਵਿਦਵਾਨ ਹੈਂਡਲ ਕਰਦੇ ਹੁੰਦੇ ਆ। ਵਿਦਵਾਨਾਂ ਨੇ ਇੱਕ ਗੱਲ ਤੈਅ ਕਰ ਲਈ ਸੀ ਵੀ ਇਹ ਮਸਲੇ ਕੋਈ ਗੱਲ ਨਹੀਂ, ਪਰ ਇੱਕ ਗੱਲ ਤਾਂ ਸਾਨੂੰ ਸਾਰੇ ਪੰਥ ਨੂੰ ਮਨਜ਼ੂਰ ਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਸੁਪਰੀਮ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਧਾਨਗੀ ਅਸੀਂ ਸਤਿਕਾਰ ਕਰਦੇ ਆ ਤੇ ਅਸੀਂ ਉਹਦੇ ਅਧੀਨ ਹੀ ਆਪਦੇ ਆਪ ਨੂੰ ਰੱਖਣਾ, ਤੇ ਇਹ ਕੋਈ ਮਸਲੇ ਐਡੀ ਗੱਲ ਨਹੀਂ ਹੁੰਦੀ, ਇਹ ਛੱਡੇ ਜਾਂਦੇ ਹੁੰਦੇ ਆ। ਸੋ ਇਹਦੇ ਤੇ ਵਿਦਵਾਨਾਂ ਨੂੰ ਆਪਦੀ ਜਿਹੜੀ ਪੜਚੋਲ ਆ ਉਹ ਕਰਨ ਦਿਓ, ਇਹਦੇ ਤੇ ਵਿਦਵਾਨਾਂ ਨੂੰ ਜਿਹੜੀ ਆਪਦੀ ਕੋਈ ਸਮੀਖਿਆ ਕਰਨੀ ਆ ਉਹ ਕਰਨ ਦਿਓ, ਇਹਨਾਂ ਨੂੰ ਇਸ਼ੂ ਨਾ ਬਣਾਓ। ਇਸ ਕਰਕੇ ਜਿਹੜੀ ਟੀਵੀ ਤੇ ਬਹਿਸ ਕਰਨ ਵਾਲੀ ਗੱਲ ਆ ਜਾਂ ਕੈਮਰਿਆਂ ਦੇ ਅੱਗੇ ਬਹਿਸ ਕਰਨ ਵਾਲੀ ਗੱਲ ਆ, ਉਹ ਬੜੀ ਰਾਜਨੀਤਿਕ ਗੱਲ ਆ। ਔਰ ਸਿੱਖ ਧਰਮ ਦਾ ਸਿਧਾਂਤ ਆ ਜਿਹੜਾ ਉਹ ਆਤਮਿਕ ਜਾਂ ਅਧਿਆਤਮਿਕ ਸਿਧਾਂਤ ਆ, ਉਹ ਧਰਮ ਦਾ ਰਾਹ ਪਹਿਲਾਂ ਦੱਸਦਾ ਫਿਰ ਰਾਜ ਤੇ ਆਉਂਦਾ, ਕਿਉਂਕਿ ਧਰਮ ਨੇ ਸਾਨੂੰ ਇੱਕ ਚੰਗਾ ਇਨਸਾਨ, ਇੱਕ ਸੰਪੂਰਨ ਇਨਸਾਨ ਬਣਾਉਣਾ ਹੁੰਦਾ। ਧਰਮ ਨੇ ਸਾਨੂੰ ਇਸ ਗੱਲ 'ਚ ਇਨਸਾਨੀਅਤ 'ਚ ਬਿਲੀਵ ਕਰਨਾ ਸਿਖਾਉਣਾ ਹੁੰਦਾ, ਤਾਂ ਹੀ ਅਸੀਂ ਇੱਕ ਕੋਈ ਚੰਗਾ ਰਾਜ ਜਾਂ ਚੰਗੀ ਇੱਕ ਇੰਸਟੀਟਿਊਟ ਸਵਾਰ ਸਕਦੇ ਹਾਂ। ਕਿਉਂਕਿ ਤੁਸੀਂ ਰਾਸ਼ਟਰਵਾਦ ਵਾਲੇ ਪਾਸੇ ਨਾ ਜਾਓ। ਰਾਸ਼ਟਰਵਾਦ ਰਾਜਨੀਤੀ 'ਚ ਪਹਿਲਾਂ ਵਿਸ਼ਵਾਸ ਕਰਦਾ, ਕਹਿੰਦਾ ਧਰਮਾਂ ਨੂੰ ਤੁਸੀਂ ਆਪਦੇ ਸਿਧਾਂਤਾਂ ਨੂੰ ਛੱਡ ਦਿਓ, ਤੁਸੀਂ ਰਾਸ਼ਟਰਵਾਦ ਵਾਲੇ ਪਾਸੇ ਆਓ। ਨਹੀਂ, ਸਿੱਖ ਇਸੇ ਵਿਚਾਰਧਾਰਾ ਤੇ ਆ ਕੇ ਇਹ ਕਹਿੰਦੇ ਆ ਵੀ ਪਹਿਲਾਂ ਸਾਡਾ ਧਰਮ ਆ, ਕਿਉਂਕਿ ਧਰਮ ਸਾਨੂੰ ਪਹਿਲਾਂ ਇਨਸਾਨੀਅਤ ਸਿਖਾਉਂਦਾ, ਸਾਨੂੰ ਸਾਡਾ ਆਤਮਿਕ ਬਲ ਨੂੰ ਉੱਚਾ ਚੱਕਣਾ ਸਿਖਾਉਂਦਾ। ਜੇ ਇਹ ਚੀਜ਼ਾਂ ਸਾਡੇ 'ਚ ਆਉਂਦੀਆਂ ਤਾਂ ਹੀ ਇੱਕ ਅਸੀਂ ਚੰਗਾ ਰਾਸ਼ਟਰ ਜਾਂ ਚੰਗਾ ਇੱਕ ਇੰਸਟੀਟਿਊਟ ਉਸਾਰ ਸਕਦੇ ਹਾਂ। ਇਹ ਇੱਕ ਸੈਪਰੇਟ ਬਹਿਸ ਆ ਜਿਹੜੀ ਕਰਨ ਲਈ ਬੜੀ ਹੋਰ ਸਟੱਡੀ ਕਰਨੀ ਪੈਂਦੀ ਆ, ਜਾਂ ਹੋਰ ਸਟੱਡੀ ਹੋਣੀ ਚਾਹੀਦੀ ਆ, ਜਾਂ ਇਤਿਹਾਸ ਨੂੰ ਸਮਝਣਾ ਪੈਂਦਾ। ਜਾਂ ਤੁਸੀਂ ਇਹ ਦੇਖੋ ਵੀ ਇੱਕ ਹੋਰ ਬਹੁਤ ਵੱਡਾ ਮਸਲਾ ਸਾਡੇ 'ਚ ਜਿਹੜਾ ਅਸੀਂ ਨਜਿੱਠ ਰਹੇ ਹਾਂ ਜਾਂ ਨਜਿੱਠਣਾ, ਤੇ ਬੜੀ ਇੱਜ਼ਤ ਨਾਲ ਤੇ ਬਹੁਤ ਹੀ ਨਿਮਰਤਾ ਨਾਲ ਹੱਥ ਬੰਨ੍ਹ ਕੇ ਅਰਦਾਸ ਕਰ ਰਹੇ ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਵੀ ਪਲੀਜ਼ ਪੰਥ ਨੂੰ ਤੁਸੀਂ ਉੱਤੇ ਉੱਠੋ, ਤੁਸੀਂ ਧਰਮ ਦੇ ਪ੍ਰਚਾਰਕ ਹੋ, ਸਿੱਖੀ ਦੇ ਪ੍ਰਚਾਰਕ ਹੋ, ਅਧਿਆਤਮਿਕ ਸੂਖਮਤਾ ਦਿਖਾਓ, ਆਪਦੇ ਆਪ ਨੂੰ ਵੱਡਾ ਇਨਸਾਨ ਬਣਾਓ, ਵੱਡਾ ਜੇਰਾ ਰੱਖੋ ਤੇ ਮਾਫ ਕਰੋ। ਤੇ ਪੰਥ ਕੋਲੇ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਕੋਲੇ ਜਾ ਕੇ ਬੈਠੋ, ਤੇ ਜਿਹੜੇ ਉੱਥੇ ਜਥੇਦਾਰ ਸਾਹਿਬ, ਮੈਨੂੰ ਪੂਰੀ ਆਸ ਆ ਜਿਹੜਾ ਦੂਜਾ ਧਿਰਾ ਜਾਂ ਦਮਦਮੀ ਟਕਸਾਲ ਜੇ ਤੁਸੀਂ ਕਹਿੰਦੇ ਹੋ ਵੀ ਉਹ ਧਿਰਾ, ਉਹ ਆਪਦੀ ਆ ਕੇ ਮਾਫੀ ਮੰਗਣਗੇ, ਤੁਸੀਂ ਆਪਦੀ ਜਾ ਕੇ ਮਾਫੀ ਮੰਗੇ, ਉਹ ਗੱਲ ਖਤਮ ਹੋ ਜੂਗੀ। ਐਡੀ ਕੋਈ ਗੱਲ ਨਹੀਂ ਆ। ਬਾਕੀ ਵਿਦਵਾਨਾਂ ਨੂੰ ਹੋਰ ਜ਼ਿਆਦਾ ਪਤਾ ਹੋਊਗਾ ਇਸ ਬਾਰੇ, ਸਾਡੇ ਸਿੱਖ ਵਿਦਵਾਨਾਂ ਨੂੰ। ਸੋ ਮੇਰੀ ਇਹੀ ਅਰਦਾਸ ਆ ਜੀ ਤੁਹਾਡੇ ਪ੍ਰਤੀ, ਸਾਡੇ ਲੋਕਾਂ ਪ੍ਰਤੀ, ਸਾਡੀ ਕੌਮ ਪ੍ਰਤੀ, ਵੀ ਆਪਸ 'ਚ ਨਹੀਂ ਅਸੀਂ ਵੰਡਿਆ ਜਾਣਾ, ਆਪਸ 'ਚ ਸਾਡੇ ਪੁਆੜੇ ਨਹੀਂ ਪੈਣੇ ਚਾਹੀਦੇ, ਅਸੀਂ ਗੰਡਾਸੇ ਚੱਕ ਕੇ ਨਹੀਂ ਫਿਰਨਾ, ਅਸੀਂ ਇੱਕ ਦੂਜੇ ਨੂੰ ਪਿਆਰ ਦੇਣਾ, ਇੱਜ਼ਤ ਦੇਣੀ ਆ, ਸੰਵਾਦ ਲਈ ਇੱਕ ਮਾਹੌਲ ਰਚਣਾ, ਬੜਾ ਪੋਜ਼ਿਟਿਵ ਮਾਹੌਲ ਰਚਣਾ, ਬੜਾ ਓਪਨ ਮਾਈਂਡ ਨਾਲ ਉੱਥੇ ਸੰਵਾਦ ਹੋਣੇ ਚਾਹੀਦੇ ਆ, ਇੱਕ ਦੂਜੇ ਦੀ ਵਿਚਾਰਧਾਰਾ ਨੂੰ ਸੁਣਨਾ ਚਾਹੀਦਾ, ਕਿਉਂਕਿ ਅਸੀਂ ਸਾਡਾ ਟੈਂਪਰਾਮੈਂਟ ਬਹੁਤ ਪ੍ਰੋਬਲਮ ਆ। ਗੰਡਾਸੇ ਕੱਢ ਲੈਂਦੇ ਆ, ਪਹਿਲਾਂ ਗੱਲ ਬਾਅਦ 'ਚ ਕਰਦੇ ਆ, ਉਹ ਬਹੁਤ ਵੱਡੀ ਪ੍ਰੋਬਲਮ ਆ। ਸੋ ਉਸ ਟੈਂਪਰਾਮੈਂਟ ਨੂੰ ਸਾਨੂੰ ਜਦੋਂ ਤੱਤੀਆਂ ਤਵੀਆਂ ਤੇ, ਜਾਂ ਤੁਸੀਂ ਦਿੱਲੀ ਦੇ ਚਾਂਦਨੀ ਚੌਂਕ 'ਚ ਜਦੋਂ ਸੀਸ ਕਟਾਏ ਗਏ ਆ, ਉਦੋਂ ਤਾਂ ਉੱਥੇ ਕਿਸੇ ਨੇ, ਸਾਡੇ ਗੁਰੂ ਸਾਹਿਬਾਨ ਨੇ ਤਾਂ ਕੋਈ ਇਹੋ ਜਿਹੀ ਗੱਲ ਗੁੱਸੇ 'ਚ ਆ ਕੇ ਜਾਂ ਕੋਈ ਭੜਕਾਊ ਗੱਲ ਨਹੀਂ ਕੀਤੀ। ਸੋ ਉਹਨਾਂ ਨੇ ਜਿਹੜਾ ਸਾਨੂੰ ਚੀਜ਼ ਸਿਖਾਈ ਆ ਵੀ ਟੈਂਪਰਾਮੈਂਟ, ਸੰਤੁਲਨ ਬਣਾ ਕੇ ਰੱਖਣਾ, ਉਹ ਬਹੁਤ ਜ਼ਰੂਰੀ ਆ। ਸੋ ਮੇਰੀ ਇਹੀ ਇੱਕ ਵਾਰੀ ਫੇਰ ਤੁਹਾਨੂੰ ਅਰਦਾਸ ਆ ਜੀ, ਪੰਥ ਨੂੰ, ਕੌਮ ਨੂੰ ਨਾ ਆਪਾਂ ਆਪਸ 'ਚ ਵੰਡ ਪਾਉਣ ਦਈਏ, ਅਸੀਂ ਇਹਨਾਂ ਨੂੰ ਇਕੱਠੇ ਰੱਖਣਾ, ਆਪਸ 'ਚ ਪਿਆਰ ਤੇ ਆਪਸ 'ਚ ਸਾਡੀ ਜਿਹੜੀ ਭਾਵਨਾ ਬਣੀ ਜਾਂਦੀ ਰਹੇ। ਇੱਕ ਗੱਲ ਹੋਰ ਜਿਹੜੀ ਜਾਣ ਤੋਂ ਪਹਿਲਾਂ ਮੈਂ ਕਹਿਣੀ ਚਾਹਣਾ, ਇਹ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਹੜੀ ਡੇਰਿਆਂ ਦੀ ਗੱਲ ਹੈ ਨਾ, ਕੋਈ ਵੀ ਡੇਰਾ ਸਾਡੇ ਪੰਜਾਬ 'ਚ ਉਦੋਂ ਤੱਕ ਨੁਕਸਾਨ ਨਹੀਂ ਕਰਦਾ ਜਦੋਂ ਤੱਕ ਉਹਨੂੰ ਸਟੇਟ ਦੀ ਸਪੋਰਟ ਨਾ ਮਿਲੇ। ਉਦੋਂ ਤੱਕ ਗੱਲਾਂ ਆਪਸ 'ਚ ਬੈਠ ਕੇ ਨਜਿੱਠੀਆਂ ਜਾਂਦੀਆਂ, ਉਦੋਂ ਤੱਕ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ, ਕਿਉਂਕਿ ਬਥੇਰੇ ਵਖਰੇਵੇਂ ਆਏ ਆ। ਸਿੱਖੀਜ਼ਮ 'ਚੋਂ ਬਹੁਤ ਧਾਰਾਵਾਂ ਜਿਹੜੀਆਂ ਬਣੀਆਂ ਇੱਧਰ ਉੱਧਰ ਗਏ ਆ। ਜਦੋਂ ਸਟੇਟ ਉਹਨੂੰ ਆਪਣੇ ਕੋਲੇ ਬਹੁਤ ਉਦਾਹਰਨਾਂ ਪਈਆਂ, ਉਹਨੂੰ ਚੱਕਣਾ ਸ਼ੁਰੂ ਕਰ ਦਿੰਦਾ, ਔਰ ਇਹ ਪਤਾ ਵੀ ਨਹੀਂ ਲੱਗਦਾ,
ਇਹ ਜਿਹੜਾ ਡੇਰੇ ਦੇ ਮੁਖੀ ਆ ਇਹ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ। ਸੋ ਤੁਹਾਨੂੰ ਜੇ ਕੋਈ ਇਹ ਗੱਲ ਕਹਿ ਰਿਹਾ ਤੁਸੀਂ ਏਜੰਸੀਆਂ ਦੇ ਬੰਦੇ ਹੋ, ਸੋ ਕਈ ਵਾਰੀ ਤੁਹਾਨੂੰ ਵੀ ਇਹ ਗੱਲ ਪਤਾ ਵੀ ਨਹੀਂ ਲੱਗਣੀ ਵੀ ਉਹ ਤੁਹਾਡੇ ਨਾਲ ਕਿਵੇਂ ਖੇਡ ਰਹੇ ਆ। ਸੋ ਇਸ ਕਰਕੇ ਪ੍ਰੋਬਲਮ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਕਿਸੇ ਡੇਰੇ ਤੇ ਕਿਸੇ ਜਥੇਬੰਦੀ ਤੇ ਸਟੇਟ ਆਪਦੀ ਖਾਸ ਤਰ੍ਹਾਂ ਦੀ ਇੱਕ ਰਾਜਨੀਤੀ ਲੈ ਕੇ ਉਹਨੂੰ ਚੱਕਣਾ ਸ਼ੁਰੂ ਕਰ ਦਿੰਦਾ ਤੇ ਉਹ ਰਿਅਲਾਈਜ਼ ਵੀ ਨਹੀਂ ਕਰਦੇ ਤੇ ਵੱਡੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ। ਤਾਂ ਆਪਾਂ ਇਹਨਾਂ ਸਾਰਿਆਂ ਗੱਲਾਂ ਨੂੰ ਸਮਝਣਾ, ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਕੇ ਨਜਿੱਠਣਾ। ਸੋ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ।